ਹੈਲੋ ਸਟੂਡੈਂਟਸ, ਅਸੀਂ ਕਰ ਰਹੇ ਹਾਂ ਕਲਾਸ 10th ਚੈਪਟਰ 6 ਜਿਸ ਦੇ ਵਿੱਚ ਸਾਡੇ ਕੋਲ ਅੱਜ ਸਾਡਾ ਕਨਸੈਪਟ ਹੋਏਗਾ ਇਨਵਰਸ ਆਫ ਪਾਈਥਾਗੋਰਸ ਥਿਊਰਮ। ਸੋ ਪਾਈਥਾਗੋਰਸ ਥਿਊਰਮ ਦਾ ਉਲਟ। ਸੋ ਇਸ ਤੋਂ ਪਹਿਲੀ ਕਲਾਸ ਦੇ ਵਿੱਚ ਅਸੀਂ ਕੀਤੀ ਹੈ ਪਾਈਥਾਗੋਰਸ ਥਿਊਰਮ, ਜਿਸ ਦਾ ਲਿੰਕ ਤੁਹਾਨੂੰ ਇਸ ਕਲਾਸ ਦੇ ਜਿਹੜੇ ਕਿ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਸੋ ਪਹਿਲਾਂ ਤਾਂ ਅਸੀਂ ਦੋਵਾਂ ਦੇ ਵਿੱਚ ਫਰਕ ਜਿਹੜਾ ਹੈ ਡਿਫਰੈਂਸ ਅਸੀਂ ਜਾਣ ਲਈਏ। ਸੋ ਪਾਈਥਾਗੋਰਸ ਥਿਊਰਮ ਅਤੇ ਪਾਈਥਾਗੋਰਸ ਇਨਵਰਸ ਆਫ ਪਾਈਥਾਗੋਰਸ ਥਿਊਰਮ। ਸੋ ਦੋਵਾਂ ਦੇ ਵਿੱਚ ਸਾਡੇ ਕੋਲ ਡਿਫਰੈਂਸ ਕੀ ਹੈ। ਇਸ ਦੇ ਵਿੱਚ ਸਾਡੇ ਕੋਲ ਸੀਗਾ ਕਿ ਇੱਕ ਤ੍ਰੈਭੁਜ ਸਾਡੇ ਕੋਲ ਗਿਵਨ ਦਿੱਤੀ ਸੀ, ਜਿਸ ਦੇ ਵਿੱਚ ਇੱਕ ਐਂਗਲ ਪਹਿਲਾਂ ਹੀ ਸਾਡੇ ਕੋਲ 90 ਡਿਗਰੀ ਜਿਹੜਾ ਦਿੱਤਾ ਗਿਆ ਸੀ। ਮਤਲਬ ਕਿ ਸਾਡੇ ਕੋਲ ਇੱਕ ਰਾਈਟ ਐਂਗਲ ਟਰਾਇੰਗਲ ਜਿਹੜੀ ਉਹ ਗਿਵਨ ਦਿੱਤੀ ਗਈ ਸੀ। ਅਸੀਂ ਪ੍ਰੂਵ ਕਰਨਾ ਸੀ h² = p² + b²। ਕਰਨ ਦਾ ਵਰਗ ਬਰਾਬਰ ਹੁੰਦਾ ਹੈ ਲੰਬ ਦਾ ਵਰਗ ਪਲੱਸ ਆਧਾਰ ਦਾ ਵਰਗ। ਹੁਣ ਇਸ ਦੇ ਵਿੱਚ ਕੀ ਆ, ਸਾਡੇ ਕੋਲ h² = p² + b² ਪਹਿਲਾਂ ਗਿਵਨ ਦਿੱਤਾ ਗਿਆ ਹੈ। ਮਤਲਬ ਕਿ ਇੱਕ ਤ੍ਰੈਭੁਜ ਸਥਿਤੀ ਦਿੱਤੀ ਗਈ ਹੈ, ਉਸ ਦੇ ਵਿੱਚ ਸਾਡੇ ਕੋਲ ਇਹ ਰਿਜ਼ਲਟ ਪਹਿਲਾਂ ਦੇ ਦਿੱਤਾ ਗਿਆ ਅਤੇ ਅਸੀਂ ਪ੍ਰੂਫ ਕੀ ਕਰਨਾ ਹੈ ਕਿ ਇਹ ਤ੍ਰੈਭੁਜ ਜਿਹੜੀ ਹੈ ਇੱਕ ਰਾਈਟ ਐਂਗਲ ਟਰਾਇੰਗਲ ਜਿਹੜੀ ਕਿ ਹੈ। ਸੋ ਮਤਲਬ ਕਿ ਜਿਹੜਾ ਇਸ ਦਾ ਕਰਨ ਹੈ, ਮਤਲਬ ਕਿ ਪਹਿਲੀ ਭੁਜਾ ਜਿਹੜੀ ਸਾਡੇ ਕੋਲ ਹੋਵੇਗੀ, ਇਸ ਦਾ ਕਰਨ ਜਿਹੜਾ ਹੋਵੇਗਾ, ਇਸ ਦਾ ਜਿਹੜਾ ਓਪੋਜ਼ਿਟ ਐਂਗਲ ਹੋਵੇਗਾ, ਓਪੋਜ਼ਿਟ ਐਂਗਲ ਉਹ ਕਿਹਦੇ ਬਰਾਬਰ ਹੋਵੇਗਾ, 90 ਡਿਗਰੀ ਦੇ ਬਰਾਬਰ ਜਿਹੜਾ ਹੋਵੇਗਾ। ਅਸੀਂ ਇਹ ਜਿਹੜਾ ਕਿਸ ਦੇ ਵਿੱਚ ਸਿੱਧ ਕਰਨਾ ਹੈ। ਸੋ ਦੇਖਦੇ ਹਾਂ ਕਿ ਸਾਡੇ ਕੋਲ ਥਿਊਰਮ ਕੀ ਆ, ਸਾਡੀ ਲਿਖੀ ਹੋਈ ਜੋ ਬੋਰਡ ਤੇ ਤੁਹਾਨੂੰ ਨਜ਼ਰ ਆ ਰਹੀ ਹੈ। ਜੇਕਰ ਕਿਸੇ ਤ੍ਰੈਭੁਜ ਵਿੱਚ ਕਿਸੇ ਇੱਕ ਭੁਜਾ ਦਾ ਵਰਗ, ਕਿਸੇ ਇੱਕ ਭੁਜਾ ਐਨੀ ਸਾਈਡ, ਸੋ ਸਕੁਅਰ ਆਫ ਐਨੀ ਸਾਈਡ ਬਾਕੀ ਦੋ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੋਵੇ, ਸੋ ਇਜ਼ ਇਕੁਅਲ ਟੂ ਦੀ ਸਮ ਆਫ ਦਾ ਅਦਰ ਟੂ ਸਾਈਡ ਸਕੁਅਰ ਆਫ ਦਾ ਅਦਰ ਟੂ ਸਾਈਡਸ, ਤਾਂ ਪਹਿਲੀ ਭੁਜਾ ਦੇ ਸਾਹਮਣੇ ਵਾਲਾ ਕੋਣ, ਸੋ ਪਹਿਲੀ ਭੁਜਾ ਦੇ ਸਾਹਮਣੇ ਵਾਲਾ ਕੋਣ ਮਤਲਬ ਕਿ ਜਿਹੜੀ ਇੱਥੇ ਇੱਕ ਭੁਜਾ ਦੀ ਗੱਲ ਕੀਤੀ ਗਈ ਸੀ ਪਹਿਲਾਂ ਵਾਲਾ ਕੋਣ ਸਮਕੋਣ ਹੁੰਦਾ ਹੈ। ਸੋ ਕੀ ਹੈ ਸਾਡੇ ਕੋਲ ਕਿਸੇ ਤ੍ਰੈਭੁਜ। ਸੋ ਇੱਕ ਤ੍ਰੈਭੁਜ ਲੈਂਦੇ ਹਾਂ ਅਸੀਂ, ਸੋਲਿਊਸ਼ਨ। ਇੱਕ ਤ੍ਰੈਭੁਜ ABC ਹੈ, ਸੋ ਜਿਸ ਵਿੱਚ ਜਿਹੜਾ ਸਾਡੇ ਕੋਲ ਐਂਗਲ B ਹੈ ਬਰਾਬਰ ਹੈ 90 ਡਿਗਰੀ। ਸੋ ਅਸੀਂ ਤ੍ਰੈਭੁਜ ਬਣਾ ਲੈਂਦੇ ਹਾਂ ਅਸੀਂ ਇੱਕ ਆਪਣੀ, ਇਹ ਬਣ ਗਈ ਸਾਡੇ ਕੋਲ ਤ੍ਰੈਭੁਜ ABC। ਸੋ B ਦੇ ਉੱਪਰ ਸਾਡੇ ਕੋਲ ਐਂਗਲ ਹੈ 90 ਡਿਗਰੀ। ਸੋ 90 ਡਿਗਰੀ ਦੇ ਓਪੋਜ਼ਿਟ ਸਾਈਡ ਜਿਹੜੀ ਆ ਗਈ ਸਾਡੇ ਕੋਲ ਕੀ ਆ ਗਿਆ, H ਆ ਗਿਆ। ਸੋ ਸਾਡੇ ਕੋਲ ਇਸ ਤੋਂ ਰਿਜ਼ਲਟ ਜਿਹੜਾ ਬਣ ਗਿਆ, ਸਾਡੇ ਕੋਲ B ਹੋ ਗਿਆ, ਇਹ ਪਰਪੈਂਡੀਕੂਲਰ ਹੋ ਗਿਆ, ਲੰਬ ਹੋ ਗਿਆ। ਸਾਡੇ ਕੋਲ ਪਾਈਥਾਗੋਰਸ ਥਿਊਰਮ ਕੀ ਹੁੰਦੀ ਹੈ, ਪਾਈਥਾਗੋਰਸ ਥਿਊਰਮ h² = p² + b²। ਹੁਣ ਸਾਡੇ ਕੋਲ h ਦੀ ਗੱਲ ਕਰੀਏ ਤਾਂ h ਕੀ ਹੈ, ਸਾਡੇ ਕੋਲ AC² = AB² + BC²। ਸੋ ਇਹ ਸਾਡੇ ਕੋਲ ਇੱਕ ਰਿਜ਼ਲਟ ਬਣਦਾ ਹੈ ਜੋ ਸਾਡੇ ਕੋਲ ਹੈ ਸਾਡੀ ਪਾਈਥਾਗੋਰਸ ਥਿਊਰਮ। ਸੋ ਇਸ ਨੂੰ ਅਸੀਂ ਮੰਨਦੇ ਹਾਂ ਇਕੁਏਸ਼ਨ ਫਸਟ। ਸੋ ਪਾਈਥਾਗੋਰਸ ਥਿਊਰਮ ਦੇ ਜਾਣਨ ਦੇ ਲਈ ਵੀਡੀਓ 'ਚ ਲਿੰਕ 'ਚ ਤੁਹਾਨੂੰ ਪਾਈਥਾਗੋਰਸ ਥਿਊਰਮ ਦੇ ਜਾਣਨ ਦੇ ਲਈ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਦਿੱਤਾ ਗਿਆ ਹੈ, ਉਸ ਨੂੰ ਪਹਿਲਾਂ ਤੁਸੀਂ ਵੇਖ ਸਕਦੇ ਹੋ। ਸੋ ਹੁਣ ਸਾਡੇ ਕੋਲ ਇਹ ਆ ਗਿਆ। ਹੁਣ ਇਸ ਨੂੰ ਸਿੱਧ ਕਰਨ ਦੇ ਲਈ, ਪ੍ਰੂਵ ਕਰਨ ਦੇ ਲਈ ਅਸੀਂ ਕੀ ਕਰਨਾ ਹੈ, ਇੱਕ ਹੋਰ ਤ੍ਰੈਭੁਜ ਲੈਂਦੇ ਹਾਂ। ਇੱਕ ਹੋਰ ਤ੍ਰੈਭੁਜ ਲਓ ਜੋ ਤ੍ਰੈਭੁਜ PQR ਹੈ। ਸੋ ਤ੍ਰੈਭੁਜ ਲੈਂਦੇ ਅਸੀਂ ਇੱਕ ਹੋਰ। ਹੁਣ ਇਹ ਸਾਡੇ ਕੋਲ ਕੀ ਹੈ, PQR। ਹੁਣ ਇਸ ਦੇ ਵਿੱਚ ਸਾਡੇ ਕੋਲ Q ਤੇ ਰਾਈਟ ਐਂਗਲ ਜਿਹੜਾ ਅਸੀਂ ਲੈ ਕੇ ਚੱਲਣਾ ਹੈ। Q ਬਰਾਬਰ ਹੈ 90 ਡਿਗਰੀ, ਇਹ ਅਸੀਂ ਲਿਆ ਹੈ ਆਪ। ਸੋ ਜਿਸ ਦੇ ਵਿੱਚ ਸਾਡੇ ਕੋਲ ਜਿਹੜਾ ਸਾਡਾ PQ ਹੈ, ਇਹ ਵਾਲੀ ਸਾਈਡ, ਇਹ ਬਰਾਬਰ ਹੋਵੇਗੀ ਸਾਡੇ ਕੋਲ AB, ਅਤੇ ਜਿਹੜਾ BC RQ ਹੈ ਸਾਡੇ ਕੋਲ ਬਰਾਬਰ ਹੈ BC। ਸੋ ਇਹ ਸਾਡੇ ਕੋਲ ਆ ਜਾਏਗਾ PQ ਬਰਾਬਰ AB ਅਤੇ QR ਬਰਾਬਰ ਆ ਜਾਏਗਾ ਸਾਡੇ ਕੋਲ BC। ਇਹ ਅਸੀਂ ਜਿਹੜਾ ਕਿ ਲੈ ਕੇ ਚੱਲਦੇ ਹਾਂ। ਹੁਣ ਦੇਖੋ ਸਾਡੇ ਕੋਲ ਤ੍ਰੈਭੁਜ PQR ਤੋਂ ਪ੍ਰਾਪਤ ਹੁੰਦਾ ਹੈ।
सो त्रिभुज पी क्यू आर तो साडे को की रिजल्ट आता है कि 90 डिग्री का एंगल क्यू है, तो इसके ओपोजिट साइड की आ गई साडे को एच। सो इसका मतलब साडे को आ गया पी आर स्केयर इज इक्वल टू पी क्यू साडा परपेंडिकुलर, इट साडा बेस हो गया क्यू आर, साडे को आ गया पी क्यू दा स्केयर प्लस क्यू आर दा स्केयर। सो ये साडी की आ गई पाइथागोरस थ्योरम, पाइथागोरस थ्योरम। सो इस तो बाद साडे कोल की दिता गया है कि जिहड़ा साडा पी क्यू है बराबर है ए बी है, तो क्यू आर जिहड़ा साडा है वो किहदे बराबर है बी सी दे। तो साडे कोल की आंदा कि पी आर दा वर्ग जिहड़ा है साडे को किहदे बराबर आ जाएगा, पी क्यू की जगह ते असीं लिखांगे ए बी प्लस क्यू आर की जगह ते साडे को आ जाएगा बी सी, ये लिखिया असीं बी सी दा वर्ग। हुण देखो साडे कोल ए बी स्केयर प्लस बी सी स्केयर, इसनूं असीं मान लैंदे हां समीकरण 2। सो समीकरण 1 देखो जरा कि ए बी स्केयर प्लस बी सी स्केयर के बराबर दिता गया ए सी स्केयर दे। सो असीं लिखदे हां समीकरण 1 ਅਤੇ 2 ਤੋਂ सब तो पहला जिस दे विच असीं रिजल्ट लिख लैंदे अपना ए बी स्केयर प्लस बी सी स्केयर। ਹੁਣ 2 ਦੇ ਵਿੱਚ ਰਿਜ਼ਲਟ ਕਿਹਦੇ ਬਰਾਬਰ ਹੈ ਪੀ ਆਰ ਸਕੇਅਰ ਦੇ, ਤੇ 1 ਦੇ ਵਿੱਚ ਰਿਜ਼ਲਟ ਕਿਹਦੇ ਬਰਾਬਰ ਹੈ ਏ ਸੀ ਸਕੇਅਰ ਦੇ। ਸੋ ਇੱਥੇ ਸਾਡੇ ਕੋਲ ਕੀ ਆ ਗਿਆ ਏ ਸੀ ਸਕੇਅਰ, ਕਿਉਂਕਿ ਦੋਵੇਂ ਰਿਜ਼ਲਟ ਸਾਡੇ ਕੋਲ ਇੱਕੋ ਜਿਹੇ ਨੇ, ਇੱਥੇ ਲਿਖ ਲਿਆ ਸੀ ਏ ਸੀ ਸਕੇਅਰ। ਸੋ ਇਹ ਸਾਡੇ ਕੋਲ ਕਿਉਂ ਆਇਆ, ਇਸ ਲਈ ਜਿਹੜਾ ਸਾਡਾ ਪੀ ਆਰ ਹੋਏਗਾ ਉਹ ਬਰਾਬਰ ਕਿਹਦੇ ਹੋਏਗਾ ਸਾਡੇ ਏ ਸੀ ਦੇ ਬਰਾਬਰ ਹੋਏਗਾ। ਸੋ ਇਹਦਾ ਮਤਲਬ ਕਿ ਇਹ ਸਾਈਡ ਜਿਹੜੀ ਸਾਡੀ ਹੋਏਗੀ ਬਰਾਬਰ ਕਿਹਦੇ ਆ ਜਾਏਗੀ ਏ ਸੀ ਦੇ। ਕਲੀਅਰ। इस तो बाद साडे को दोवें त्रिभुज आएंगे, त्रिभुज ए बी, त्रिभुज ए बी सी अते त्रिभुज पी क्यू आर विच। सो हुण दोवें त्रिभुजां दे साडे कोल की आंदा है कि जिहड़ी भुजा ए बी है साडे कोल, देखो ए बी किहदे बराबर पी क्यू दे, जिहड़ी साडी बी सी है बी सी किहदे बराबर है क्यू आर दे। सो जिहड़ी साडी ए सी है वो किहदे बराबर आ जांदी साडे कोल पी आर दे। सो तिन्ने भुजावां जिहड़ियां साडे कोल बराबर आ जांदियां हन, ये साडे कोल तिन्ने रिजल्ट कित्थों आंदे हन रचना तो। सो जो भी असीं इस दे विच रचना या कंस्ट्रक्शन जिहड़ी असीं कीती सी। सो इस लई त्रिभुज ए बी सी सब बंग सम होएगा त्रिभुज पी क्यू आर दे। सो साडे को क्राइटेरिया किहड़ा लग जाएगा एस 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 सरबंग समता त्रिभुज तो। साडे को आ गया ट्रिपल एस कॉन्ग्रेंसी जिहड़ा कि साडे को क्राइटेरिया आंदा है, उस दे नाल साडे को दोवें त्रिभुज जिहड़े ने सरबंग सम जिहड़े कि सिद्ध हुंदे हन, क्योंकि साडे को तिन्ने भुजावां जिहड़ियां आपस विच बराबर आ जांदियां हन। सो इसका मतलब ये होया कि तिन्ने भुजावां साडे को आपस में बराबर हैं, तो दोवें जिहड़ियां फिगर्स होणगीਆਂ साडे को त्रिभुज पी क्यू आर ते त्रिभुज ए बी सी, वो शेप भी तो साडे को इक्को है ही है। देखो त्रिभुज तो है ही साडे को, तो इन्हां दा जिहड़ा आकार होएगा साडे को साइज होएगा जिहड़ा वो भी साडे को एक बराबर जिहड़ा कि होवेगा। सो इस तो बाद साडे को आ जाएगा इसलिए एंगल बी इज इक्वल टू एंगल होएगा क्यू दे। सो जिहड़ा साडे को रिजल्ट होएगा सी पी सी टी। सो कोरसपोंडिंग पार्ट्स ऑफ कॉन्ग्रेंट ट्रायंगल्स, सरबंगसम त्रिभुजां दे संगत भाग। सो जेकर इस दियां साडे को भुजावां जिहड़ियां बराबर होणगीਆਂ, जो त्रिभुज सरबंगसम हो गए, तो इसके जिहड़े कोण होणगे साडे को कोरसपोंडिंग एंगल्स होणगे, वो भी आपस में की होणगे बराबर होणगे। सो एंगल बी इज इक्वल टू 90 डिग्री, एंगल सी इज इक्वल टू आर होएगा, एंड एंगल ए इज इक्वल टू साडे को पी दे बराबर हो जाएगा। सो देयरफॉर एंगल बी इज इक्वल टू क्यू इज इक्वल टू 90 डिग्री। सो देयरफॉर क्यू इज इक्वल टू साडा हो गया 90 डिग्री। सो यही सी जो असीं सिद्ध करना सी, इसलिए कारण जां पहली भुजा दे सामने वाला कोण 90 डिग्री हुंदा है। सो 90 डिग्री जां असीं लिख सकते हैं
ਰਾਈਟ ਐਂਗਲ ਔਰ ਅਸੀਂ ਲਿਖ ਦਾਂਗੇ ਸਮ ਕੋਣ। ਸੋ ਇਹ ਸੀ ਸਾਡੇ ਕੋਲ ਸਾਡੀ ਥਿਊਰਮ ਜਿਸ ਦਾ ਨਾਮ ਸੀ ਇਨਵਰਸ ਆਫ ਪਾਈਥਾਗੋਰਸ ਥਿਊਰਮ, ਪਾਈਥਾਗੋਰਸ ਥਿਊਰਮ ਦਾ ਉਲਟ, ਜਿਸ ਦੇ ਵਿੱਚ ਅਸੀਂ ਉਸ ਦਾ ਪਹਿਲਾਂ ਡਿਫਰੈਂਸ ਚੈੱਕ ਕੀਤਾ ਕਿ ਦੋਵਾਂ ਦੇ ਵਿੱਚ ਫਰਕ ਕੀ ਹੈ ਪਾਈਥਾਗੋਰਸ ਥਿਊਰਮ ਅਤੇ ਇਸ ਦੇ ਉਲਟ ਦੇ ਵਿੱਚ। ਫਿਰ ਅਸੀਂ ਇੱਕ ਤ੍ਰੈਭੁਜ ਲਈ ਆਪਣੀ ABC, ਜਿਸ ਵਿੱਚ ਐਂਗਲ B ਨੂੰ ਅਸੀਂ 90 ਡਿਗਰੀ ਲਿਆ ਤੇ ਅਸੀਂ ਆਪਣੀ ਜਿਹੜੀ ਪਾਈਥਾਗੋਰਸ ਥਿਊਰਮ ਹੈ ਉਹ ਲਗਾਈ, ਤਾਂ ਸਾਡੇ ਕੋਲ ਰਿਜ਼ਲਟ ਜਿਹੜਾ ਬਣ ਜਾਂਦਾ ਹੈ AC² = AB² + BC² ਬਣਦਾ ਹੈ। ਫਿਰ ਅਸੀਂ ਇੱਕ ਹੋਰ ਤ੍ਰੈਭੁਜ ਲਈ PQR ਸਿੱਧ ਕਰਨ ਦੇ ਲਈ ਕਿ ਜਿਹੜਾ ਕਿ ਐਂਗਲ ਪਹਿਲੀ ਭੁਜਾ ਸਾਡੀ ਕੋਈ ਇਹ ਵਾਲੀ ਸੀ, ਇਹਦੇ ਓਪੋਜ਼ਿਟ ਐਂਗਲ ਜਿਹੜਾ ਹੋਏਗਾ 90 ਡਿਗਰੀ ਹੋਏਗਾ। ਸੋ ਉਹ ਲਈ ਅਸੀਂ PQR, ਫਿਰ ਅਸੀਂ ਸੇਮ ਇਸ ਤਰ੍ਹਾਂ ਹੀ ਇਹਦੇ ਵਿੱਚ Q ਨੂੰ 90 ਡਿਗਰੀ ਰੱਖਿਆ, PQ ਭੁਜਾ AB ਦੇ ਬਰਾਬਰ ਹੈ ਤੇ QR ਅਸੀਂ BC ਦੇ ਬਰਾਬਰ ਜਿਹੜੀ ਕੰਸਟਰਕਸ਼ਨ ਜਿਹੜੀ ਰਚਨਾ ਕੀਤੀ ਹੈ। ਸੋ ਤ੍ਰੈਭੁਜ PQR ਤੋਂ ਸਾਡੇ ਕੋਲ ਕੀ ਪ੍ਰਾਪਤ ਹੁੰਦਾ ਹੈ, Q 90 ਡਿਗਰੀ ਹੋਊਗਾ ਤਾਂ ਇਸ ਦੇ ਸਾਹਮਣੇ ਵਾਲੀ ਭੁਜਾ ਕੀ ਹੋਗੀ ਹਾਈਪੋਟੀਨਿਊਜ਼ ਕਾਰਨ ਹੋਏਗਾ, ਤਾਂ ਸਾਡੇ ਕੋਲ ਰਿਜ਼ਲਟ ਬਣ ਗਿਆ ਫਿਰ ਪਾਈਥਾਗੋਰਸ ਥਿਊਰਮ ਦੇ ਵਿੱਚ। ਸੋ AB BC ਦੇਖੋ AB ਬਰਾਬਰ PQ ਹੈ, BC ਬਰਾਬਰ QR ਹੈ। ਇਸ ਦੀ ਜਗ੍ਹਾ ਤੇ ਅਸੀਂ ਦੋਵੇਂ ਵੈਲਿਊਜ਼ ਜਿਹੜੀਆਂ ਪੁੱਟ ਕੀਤੀਆਂ, ਸਾਡੇ ਕੋਲ ਇਕੁਏਸ਼ਨ ਆ ਗਈ 2। ਸੋ ਜਿਹੜੀ ਇਕੁਏਸ਼ਨ 2 ਆਉਂਦੀ ਹੈ, ਫਿਰ ਅਸੀਂ ਇਕੁਏਸ਼ਨ ਫਸਟ ਐਂਡ 2 ਦੋਵਾਂ ਦੇ ਰਿਜ਼ਲਟ ਤੋਂ ਅਸੀਂ PR ਬਰਾਬਰ AC ਜਿਹੜੀ ਉਹ ਸਿੱਧ ਕੀਤੀ। ਫਿਰ ABC ਅਤੇ PQR ਦੋਵੇਂ ਤ੍ਰੈਭੁਜ ਲਈਆਂ ਜਿਨ੍ਹਾਂ ਨੂੰ ਅਸੀਂ ਸਰਬੰਗ ਸਮ ਦਰਸਾਇਆ, ਸਿੱਧ ਕੀਤਾ, ਤੇ ਜਿਸ ਦੇ ਨਾਲ B ਅਤੇ Q ਜਿਹੜੇ CPCD ਦੀ ਕ੍ਰਾਈਟੇਰੀਆ ਤੋਂ ਸਾਡੇ ਕੋਲ ਦੋਵੇਂ ਕੋਣ ਬਰਾਬਰ ਆ ਗਏ। B ਬਰਾਬਰ 90 ਡਿਗਰੀ ਸੀ, Q ਵੀ ਬਰਾਬਰ 90 ਡਿਗਰੀ ਆ ਗਿਆ। ਸੋ ਜੋ ਹੀ ਅਸੀਂ ਪ੍ਰੂਵ ਕਰਨਾ ਸੀ, ਇਸ ਲਈ ਕਰਨ ਜਾਂ ਪਹਿਲੀ ਭੁਜਾ ਜਿਹੜੀ ਸਾਨੂੰ ਕਹੀ ਗਈ ਸੀ ਉਸਦੇ ਜਿਹੜਾ ਸਾਹਮਣੇ ਵਾਲਾ ਕੋਣ ਹੋਏਗਾ ਸਾਡੇ ਕੋਲ ਕੀ ਹੋਏਗਾ ਸਮ ਕੋਣ ਜਿਹੜਾ ਕਿ ਹੁੰਦਾ ਹੈ। ਸੋ ਉਮੀਦ ਕਰਦਾ ਕਿ ਜਿਹੜਾ ਥਿਊਰਮ ਹੈ ਤੁਹਾਨੂੰ ਕਲੀਅਰ ਹੋਵੇ ਸੋ ਉਮੀਦ ਕਰਦਾ ਹਾਂ ਕਿ ਜਿਹੜੀ ਥਿਊਰਮ ਹੈ ਤੁਹਾਨੂੰ ਕਲੀਅਰ ਹੋ ਗਈ ਹੋਵੇਗੀ। ਸੋ ਵੱਧ ਤੋਂ ਵੱਧ ਬੱਚਿਆਂ ਤੱਕ ਸ਼ੇਅਰ ਕਰੋ ਤਾਂ ਜੋ ਦੂਸਰੇ ਬੱਚਿਆਂ ਦੀ ਵੀ ਅਸੀਂ ਸਹਾਇਤਾ ਕਰ ਸਕੀਏ। ਸੋ ਥੈਂਕ ਯੂ, ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਨੈਕਸਟ ਕੁਐਸਚਨ ਦੇ ਨਾਲ।